ਦੇ ਵਿਧਾਇਕ ਹਰਜੋਤ ਕਮਲ ਵੱਲੋਂ ਰਾਸ਼ਟਰੀ ਮਾਰਗ 105 ਦੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ। ਹਰਜੋਤ ਕਮਲ ਨੇ ਕਿਹਾ ਹੈ ਕਿ ਹਰਪਾਲ ਚੀਮਾ ਨੇ ਉਹਨਾਂ ਦਾ ਅਕਸ ਖਰਾਬ ਕੀਤਾ ਹੈ, ਜਿਸ ਕਾਰਨ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਸੜਕ ਦਾ ਛੋਟਾ ਜਿਹਾ ਟੁੱਟਾ ਸੀਗਾ ਔਰ ਉਹਦੇ ਤੇ ਸਾਡੇ ਜਿਹੜੇ ਲੀਡਰ ਆਫ ਆਪੋਜੀਸ਼ਨ ਹੈਗੇ ਨੇ ਹਰਪਾਲ ਚੀਮਾ ਜੀ, ਉਹਨਾਂ ਨੇ ਬਹੁਤ ਵੱਡੀ ਇੱਕ ਪ੍ਰੈਸ ਕਾਨਫਰੰਸ ਕਰਕੇ ਉਸ ਮਸਲੇ ਨੂੰ ਇਵੇਂ ਉਭਾਰਿਆ ਜਿਵੇਂ ਉਹ ਪਤਾ ਨਹੀਂ ਕਿੱਡੀ ਜਿਹੜੀ ਦਿੱਲੀ ਤੋਂ ਜੰਮੂ ਕਟੜੇ ਵਾਲੀ ਹਾਈਵੇ ਹੋਵੇ। ਤੋਂ ਮੈਨੂੰ ਬੜਾ ਬੁਰਾ ਵੀ ਲੱਗਿਆ ਇਸ ਗੱਲ ਦਾ। ਨੈਚੁਰਲੀ ਲੱਗਣਾ ਹੀ ਹੈ ਜਦੋਂ ਕਿਸੇ ਇੱਜ਼ਤਦਾਰ ਬੰਦੇ ਦੀ ਤੁਸੀਂ ਇੱਜ਼ਤ ਤੇ ਕੋਈ ਵਿਵਾਦ ਹੁੰਦਾ। ਸੋ ਮੈਂ ਤੁਹਾਨੂੰ ਅੱਗੇ ਦੱਸਣਾ ਚਾਹੁੰਦਾ ਕਿ ਮੈਂ ਲੀਗਲ ਨੋਟਿਸ ਪੜਾ ਲਿਆ ਔਰ ਹਰਪਾਲ ਚੀਮਾ ਜੀ ਨੂੰ ਉਹਦੇ ਵਾਸਤੇ ਲੀਗਲ ਨੋਟਿਸ ਭੇਜਣ ਲੱਗਾ। ਮੇਰੇ ਸ਼ਾਨ ਦੇ ਖਿਲਾਫ ਜੋ ਉਹਨਾਂ ਨੇ ਕਿਹਾ ਉਹ ਗਲਤ ਸੀ। ਕਿਸ ਤਰ੍ਹਾਂ ਦੇ ਚੱਲ ਕੀ ਆਰੋਪ ਲਗਾਏ? ਦੇਖੋ, ਮੈਨੂੰ ਕੋਈ ਇਤਰਾਜ਼ ਨਹੀਂ। ਇਹ ਵਿਰੋਧੀ ਧਿਰ ਦਾ ਫਰਜ਼ ਬਣਦਾ ਹੁੰਦਾ ਕਿ ਉਹ ਲੋਕ ਮੁੱਦਿਆਂ ਨੂੰ ਚੱਕੇ, ਪਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕਿ ਇੱਕ ਵਿਰੋਧੀ ਧਿਰ ਦਾ ਲੀਡਰ ਹੋਵੇ ਜਿਹਦਾ ਕਿ ਕੈਬਨਿਟ ਮਿਨਿਸਟਰ ਦੇ ਬਰਾਬਰ ਦਾ ਰੈਂਕ ਹੁੰਦਾ ਔਰ ਇੱਕ ਕੋਈ ਅਨਪੜ੍ਹ ਨਹੀਂ, ਕਹਿੰਦੇ ਆ ਕਿ ਉਹਨਾਂ ਨੇ ਲਾ ਕੀਤਾ ਹੋਇਆ, ਗ੍ਰੈਜੂਏਟ ਨੇ। ਸੋ ਉਹਨਾਂ ਨੂੰ ਇਸ ਮੁੱਦੇ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਫੇਰ ਚੱਕਣਾ ਚਾਹੀਦਾ ਸੀ। ਜਿੱਥੇ ਕੋਈ ਦਿੱਕਤ ਸੀ, ਜਿੱਥੇ ਕੋਈ ਕਮੀ ਸੀ, ਉਹਨੂੰ ਜ਼ਰੂਰ ਉਹ ਉਛਾਲ ਦੇ। ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਕਿ ਮੇਰੇ ਤੇ ਇਹ ਜਿਹੜੀ ਦੂਸ਼ਣਬਾਜ਼ੀ ਕੀਤੀ ਆ ਉਹਦਾ ਸਖਤ ਨੋਟਿਸ ਲਿਆ ਜਾਵੇ ਔਰ ਮੈਂ ਉਹਨਾਂ ਦੇ ਜਿਹੜੇ ਲੀਡਰ ਹੈਗੇ ਨੇ ਕੇਜਰੀਵਾਲ ਸਾਹਿਬ, ਉਹਨਾਂ ਨੂੰ ਵੀ ਇੱਕ ਚਿੱਠੀ ਲਿਖ ਰਿਹਾ ਤਾਂ ਕਿ ਉਹ ਵੀ ਦੇਖਣ ਕਿ ਉਹਨਾਂ ਦਾ ਲੀਡਰ ਜਿਹੜਾ ਲੀਡਰ ਆਫ ਆਪੋਜੀਸ਼ਨ ਉਹਨਾਂ ਦੀ ਪਾਰਟੀ ਦਾ ਪੰਜਾਬ ਦਾ, ਉਹ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ। ਸੋ ਮੈਂ ਤੁਹਾਡੇ ਕੋਲੇ ਬਾਕੀ ਸਾਰੀਆਂ ਲੰਬੀਆਂ ਚੌੜੀਆਂ ਗੱਲਾਂ ਨਾਲੋਂ ਮੈਂ ਦੋ ਹੀ ਗੱਲਾਂ ਤੇ ਆ ਜਾਣਾ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਬਾਕੀ ਵੀ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੋਊਗੀ। ਉਹਨਾਂ ਨੇ ਇੱਕ ਰਜਿਸਟਰੀ ਲਹਿਰਾਉਂਦਿਆਂ ਹੋਇਆਂ ਇਹ ਕਿਹਾ ਸੀਗਾ ਕਿ ਕਿਸੇ ਲੇਡੀ ਦੀ ਉਹ ਰਜਿਸਟਰੀ ਆ। ਹਾਲਾਂਕਿ ਪਹਿਲੀ ਗੱਲ ਕਿ ਮੇਰਾ ਉਹਦੇ ਨਾਲ ਕੋਈ ਸਬੰਧ ਨਹੀਂ ਔਰ ਉਹ ਲੇਡੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੂਜੀ ਜਿਹੜੀ ਮੋਗੇ ਕਿਸੇ ਨੇ ਕੀਤੀ ਹੈ ਉਹਦੇ 'ਚ ਕਹਿ ਦਿੱਤਾ ਕਿ ਉਹ ਬੰਦੇ ਨੂੰ ਜਿਹਨੂੰ ਅਸੀਂ ਜ਼ਮੀਨ ਵੇਚੀ ਆ, ਮੇਰੇ ਜੇਠ ਨੇ ਵੀ ਪਹਿਲਾਂ ਉਹਦੇ ਕੋਲ ਵੇਚੀ ਸੀ ਔਰ ਉਹਨੇ ਇਹ ਵੀ ਕਹਿ ਦਿੱਤਾ ਕਿ ਉਹ ਜ਼ਮੀਨ ਅਸੀਂ ਤਾਂ ਵੇਚੀ ਆ, ਸਾਡੀ ਲਿਮਟ ਸੀ, ਅਸੀਂ ਉਹ ਲਾਉਣੀ ਸੀ। ਪਰ ਮੇਰਾ ਉਸ ਗੱਲ ਨਾਲ ਕੋਈ ਲੇਖਾ ਦੇਖਾ ਨਹੀਂ। ਮੈਂ ਤਾਂ ਇੱਕੋ ਹੀ ਗੱਲ ਕਰਨੀ ਚਾਹੁੰਦਾ ਕਿ ਉਸ ਪ੍ਰੈਸ ਕਾਨਫਰੰਸ 'ਤੇ ਮੇਰੇ ਤੇ ਦੂਸ਼ਣਬਾਜ਼ੀ ਲਾਉਂਦਿਆਂ ਨੇ 350 ਕਰੋੜ ਰੁਪਏ ਦਾ ਦੂਸ਼ਣ ਜਿਹੜਾ ਮੇਰੇ ਤੇ ਘਪਲੇ ਦਾ ਲਾਇਆ। ਉਹਦੇ ਵਿੱਚ ਹਰਪਾਲ ਚੀਮਾ ਜੀ ਨੇ ਕਿਹਾ ਕਿ ਉਸ ਲੇਡੀ ਤੋਂ ਰਜਿਸਟਰੀ ਜਿਹੜੀ ਕਰਵਾਈ ਗਈ ਹੈ 14 ਮਾਰਚ ਨੂੰ ਹੀ ਬਿਆਨਾ ਹੋਇਆ, 14 ਮਾਰਚ ਨੂੰ ਹੀ ਰਜਿਸਟਰੀ ਹੋਈ ਔਰ 14 ਮਾਰਚ ਨੂੰ ਹੀ ਇੰਤਕਾਲ ਜਿਹੜਾ ਉਹਦਾ ਦਰਜ ਕਰਾਇਆ ਗਿਆ, ਜਦ ਕਿ ਉਹਨਾਂ ਨੇ ਭੋਰਾ ਵੀ ਇਹਦੇ ਤੇ ਕੰਮ ਨਹੀਂ ਕੀਤਾ ਕਿਉਂਕਿ 14 ਮਾਰਚ ਤੁਹਾਡੇ ਸਾਰਿਆਂ ਕੋਲ ਕੈਲੰਡਰ ਆ, ਚੈੱਕ ਕਰਕੇ ਦੇਖ ਲਓ, ਸੈਟਰਡੇ ਬਣਦਾ ਔਰ ਸ਼ਨੀਵਾਰ ਨੂੰ ਪੰਜਾਬ ਦੀ ਕੋਈ ਕਚਹਿਰੀ ਖੁੱਲੀ ਨਹੀਂ ਹੁੰਦੀ ਔਰ ਕੰਪਿਊਟਰ ਤੇ ਹੋਣ ਵਾਲੀਆਂ ਸਾਰੀਆਂ ਰਜਿਸਟਰੀਆਂ ਜਿਹੜੀਆਂ ਉਹ ਬੰਦ ਹੁੰਦੀਆਂ, ਕੋਈ ਰਜਿਸਟਰੀ ਹੋ ਹੀ ਨਹੀਂ ਸਕਦੀ। ਔਰ ਦੂਜਾ ਉਹਨਾਂ ਨੇ ਕਿਹਾ ਕਿ ਮੇਰਾ ਪਿੰਡ ਅਜੀਤਵਾਲ ਆ, ਉਹਨਾਂ ਨੇ ਕਿਹਾ ਕਿ MLA ਦੇ ਪਿੰਡ ਅਜੀਤਵਾਲ 'ਚ ਐਕਸਿਸ ਬੈਂਕ ਦੇ ਵਿੱਚ ਇਹ ਸਾਰਾ ਲੈਣ ਦੇਣ ਜਿਹੜਾ ਉਹਦੇ ਥਰੂ ਉੱਥੇ ਟ੍ਰਾਂਜੈਕਸ਼ਨ ਹੋਈ ਆ। ਪਹਿਲੀ ਗੱਲ ਤਾਂ ਉਹਨਾਂ ਨੇ ਦੋ ਵੇਰਵੇ ਕਹੇ, ਇੱਕ ਤਾਂ ਉਹ 350 ਕਰੋੜ ਰੁਪਈਆ ਕਹਿ ਰਹੇ ਆ, ਫਿਰ ਦੂਜੀ ਗੱਲ ਦੇ ਵਿੱਚ ਹੀ ਉਸੇ ਵੇਲੇ ਹੀ ਉਹ 360 ਕਰੋੜ ਕਹਿਤਾ। ਉਹਨਾਂ ਦੇ ਵਾਸਤੇ 10 ਕਰੋੜ ਦੀ ਕੋਈ ਅਹਿਮੀਅਤ ਹੀ ਹੈ ਨਹੀਂ, ਵੱਡੇ ਬੰਦੇ ਹੋਣਗੇ, ਪਰ ਮੇਰੇ ਤੇ ਦੂਸ਼ਣ ਲੱਗਿਆ ਮੈਨੂੰ ਤਾਂ ਬਹੁਤ ਹੈ। 1 ਰੁਪਈਆ ਵੀ ਚੁੱਭਦਾ, 350 ਜਾਂ 360 ਕਰੋੜ ਬਹੁਤ ਵੱਡੀ ਗੱਲ ਹੈ। ਔਰ ਉਹਨਾਂ ਨੇ ਕਿਹਾ ਕਿ ਅਜੀਤਵਾਲ ਐਕਸਿਸ ਬੈਂਕ, 2 ਵਾਰੀ ਉਹਨਾਂ ਨੇ ਇਹ ਗੱਲ ਦੁਹਰਾਈ ਆ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਅਜੀਤਵਾਲ ਦੇ ਵਿੱਚ ਐਕਸਿਸ ਬੈਂਕ ਦੀ ਕੋਈ ਸ਼ਾਖਾ ਹੀ ਹੈ ਨਹੀਂ। ਸੋ ਮੈਂ ਬਾਕੀ ਸਾਰੀਆਂ ਚੀਜ਼ਾਂ ਨੂੰ ਵੀ ਡਿਨਾਈ ਕਰਦਾ, ਪਰ ਆ ਦੋ ਚੀਜ਼ਾਂ ਹੀ ਤੁਸੀਂ ਤੁਹਾਡੇ ਕੋਲ ਮੈਂ ਕਰਦਾ ਪੇਸ਼। ਜੇ ਇਹ ਦੋ ਗੱਲਾਂ 'ਚ ਹੀ ਉਹ ਝੂਠੇ ਸਾਬਤ ਹੁੰਦੇ ਤਾਂ ਬਾਕੀ ਸਾਰੀ ਜਿਹੜੀ ਉਹਨਾਂ ਨੇ ਪੌਣੇ ਘੰਟੇ ਦੀ ਪ੍ਰੈਸ ਕਾਨਫਰੰਸ ਹੈ ਉਹਦੇ 'ਚ ਕਿੰਨੀਆਂ ਕੁ ਸੱਚਾਈਆਂ ਉਹ ਸਾਹਮਣੇ ਲਿਆਏ ਹੋਣਗੇ, ਖਗਾਲ ਕੇ ਲਿਆਏ ਹੋਣਗੇ, ਇਹ ਮੈਂ ਤੁਹਾਡੇ ਤੇ ਛੱਡਦਾ। ਇਹ ਮੈਂ ਇਹਦੇ ਵਿੱਚ ਉਹਨਾਂ ਨੂੰ ਇਹੀ ਕਿਹਾ ਕਿ ਮੇਰੀ ਛਵੀ ਨੂੰ ਦਾਗਦਾਰ ਕੀਤਾ ਉਹਨਾਂ ਨੇ। ਇਹਦੇ ਵਿੱਚ ਮੈਂ ਉਹੀ ਦੋਨੇ ਤਿੰਨੇ ਚੀਜ਼ਾਂ ਲਿਖੀਆਂ ਕਿ ਜਿਹੜਾ ਤੁਸੀਂ ਇੱਕ ਤਾਂ 14 ਮਾਰਚ ਕਿਹਾ, ਉਦਣ ਸੈਟਰਡੇ ਸੀਗਾ, ਤੁਸੀਂ ਕਨਫਰਮ ਕਰ ਲਿਆ ਮੈਂ ਤਾਂ ਕਿ 14 ਮਾਰਚ ਨੂੰ ਸੈਟਰਡੇ ਨੂੰ ਕੋਈ ਕਚਹਿਰੀ ਨਹੀਂ ਖੁੱਲ੍ਹਦੀ, ਕੋਈ ਮੋਗੇ ਰਜਿਸਟਰੀ ਨਹੀਂ ਹੋਈ।
ਦੂਜਾ ਉਹਨਾਂ ਨੇ ਜਿਹੜਾ ਅਜੀਤਵਾਲ ਐਕਸਿਸ ਬੈਂਕ ਦੇ ਵਿੱਚ 360 ਕਰੋੜ ਰੁਪਈਆ ਮੇਰੇ ਖਾਤੇ 'ਚ ਟ੍ਰਾਂਜੈਕਸ਼ਨ ਹੋਣ ਦੀ ਗੱਲ ਕੀਤੀ ਆ। ਹਾਲਾਂਕਿ ਦੇਖੋ ਅਜੇ ਜ਼ਮੀਨ ਉਹ ਵਿਕੀ ਨਹੀਂ, ਸਰਕਾਰ ਨੇ ਜ਼ਮੀਨ ਅਕਵਾਇਰ ਨਹੀਂ ਕੀਤੀ, ਉਹਦੇ ਤੋਂ ਬਾਅਦ ਹੀ ਕਿਸੇ ਦੇ ਖਾਤੇ 'ਚ ਚੈੱਕ ਰਾਹੀਂ ਇਹ ਇੱਕ ਨੰਬਰ 'ਚ ਪੇਮੈਂਟ ਆਉਣੀ ਹੁੰਦੀ। ਜਦੋਂ ਸਰਕਾਰ ਨੇ ਜ਼ਮੀਨ ਅਕਵਾਇਰ ਹੀ ਨਹੀਂ ਕੀਤੀ ਤਾਂ ਫਿਰ ਪੈਸੇ ਆਉਣੀ ਬਣਦੇ ਹੀ ਨਹੀਂ। ਤੇ ਦੂਜੀ ਗੱਲ ਉੱਥੇ ਐਕਸਿਸ ਬੈਂਕ ਦੀ ਕੋਈ ਬ੍ਰਾਂਚ ਹੀ ਹੈ ਨਹੀਂ। ਡਾਕਟਰ ਸਾਹਿਬ ਜਿਹੜੀ ਇਹ ਜ਼ਮੀਨ ਵਿਵਾਦ ਹੈਗਾ ਇਹਨੂੰ ਲੈ ਕੇ ਹੋਰ ਵੀ ਪਾਰਟੀਆਂ ਜਿਹੜੀਆਂ ਪ੍ਰੈਸ ਕਾਨਫਰੰਸ ਕਰ ਰਹੀਆਂ ਸੀਗੀਆਂ, ਉਹਨਾਂ 'ਚ ਵੀ ਇਹ ਕਿਹਾ ਜਾਂਦਾ ਸੀ ਕਿ ਕੁਝ ਕਾਂਗਰਸ ਦੇ ਲੀਡਰ ਹੈਗੇ ਨੇ, ਬੀਤੇ ਦਿਨ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਹੈਗੀ ਹੈ। ਤੁਹਾਨੂੰ ਕੀ ਲੱਗਦਾ ਹੈ ਜਿਹੜੀਆਂ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਔਰ ਇਹ ਵਿਵਾਦ ਦੱਸਿਆ ਜਾ ਰਿਹਾ? ਮੈਂ ਅਕਾਰਾ ਸਾਹਿਬ ਇੱਕੋ ਹੀ ਗੱਲ ਕਹੂੰਗਾ ਕਿ ਮੇਰੇ ਬਾਪ ਨੇ ਮੈਨੂੰ ਇੱਕ ਤਹਿਜ਼ੀਬ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਆਪਣੀ ਲਕੀਰ ਜੇ ਕਿਸੇ ਤੋਂ ਵੱਡੀ ਦਿਖਾਉਣੀ ਹੋਵੇ, ਕਿਸੇ ਦੀ ਮਟੇਈ ਦੀ ਨਹੀਂ ਹੁੰਦੀ, ਆਪ ਵੱਡੀ ਖਿੱਚ ਕੇ ਦਿਖਾਈ ਦੀ। ਆ ਕੋਵਿਡ ਦੇ ਦਿਨਾਂ 'ਚ, ਕਰੋਨਾ ਦੇ ਦਿਨਾਂ 'ਚ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਆ। ਅੱਧੀ ਰਾਤ ਨੂੰ ਮੈਂ ਹਸਪੀਟਲਾਂ 'ਚ ਧੱਕੇ ਖਾਂਦਾ ਰਿਹਾ। ਆਪਣੇ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਵਾਸਤੇ ਮੈਂ 4 ਵੈਂਟੀਲੇਟਰ ਆਪਣੇ MP ਸਾਹਿਬ ਦੇ ਫੰਡ 'ਚੋਂ ਲੈ ਕੇ ਦਿੱਤੇ ਆ। ਔਰ ਉਹ ਜਿਹੜੇ ਵੈਂਟੀਲੇਟਰ ਆ, ਜਿਹੜਾ 12-12 ਲੱਖ ਦਾ, ਮੈਂ ਡੈਮੋ ਮਾਡਲ 5.5 ਲੱਖ ਦਾ ਲੈ ਕੇ ਆਂਦਾ, ਔਨ ਰਿਕਾਰਡ ਪਿਆ ਇਹ। ਤੇ ਉੱਥੇ ਤਾਂ ਮੈਂ ਇੱਕ ਨਿੱਕੇ ਪੈਸੇ ਦੀ ਨਹੀਂ ਹੇਰਾਫੇਰੀ ਕੀਤੀ, ਮੈਂ ਉਹ ਵੀ 12.5 ਲੱਖ ਦਾ ਪਾ ਸਕਦਾ ਸੀ। 4 ਵੈਂਟੀਲੇਟਰ ਲਿਆਂਦੇ, 4 ਅਸੀਂ ਮੋਨੀਟਰ ਲਿਆਂਦੇ। ਸੋ ਇਹ ਲੋਕ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਦਬ ਕੇ ਡੁੱਬ ਕੇ ਹੋਏ ਘਰੇ ਲੁੱਕ ਕੇ ਬੈਠੇ ਰਹੇ ਵੀ ਸਾਨੂੰ ਕਿਤੇ ਕੋਈ ਕਰੋਨਾ ਨਾ ਤੁਰਿਆ ਫਿਰਦਾ ਡੰਗ ਮਾਰ ਜੇ, ਇਹਨਾਂ ਨੂੰ ਅੱਜ ਲੋਕ ਨਕਾਰ ਚੁੱਕੇ ਆ। ਇਹ ਉਸ ਵੇਲੇ ਤੱਕ ਕੋਈ ਘਰੋਂ ਬਾਹਰ ਨਹੀਂ ਨਿਕਲਿਆ। ਹਰਜੋਤ ਕਮਲ ਜਿਹਦੇ ਲੋਕਾਂ ਨੇ ਜਿੱਤ ਵੀ ਕਰਾਈ, ਲੋਕਾਂ ਨੇ ਟਿਕਟ ਵੀ ਦਵਾਈ, ਲੋਕ ਮੇਰੀ ਛਵੀ ਨੂੰ ਵੀ ਜਾਣਦੇ ਆ। ਮੈਂ ਲੋਕਾਂ ਦੇ ਵਿੱਚ ਵਿਚਰ ਕੇ ਹੋਰ ਜ਼ਿਆਦਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ। ਸੋ ਇਹਨਾਂ ਨੂੰ ਇਹ ਲੱਗਦਾ ਕਿ ਹੋਰ ਤਾਂ ਇਹ ਸਾਡੇ ਤੋਂ ਅੱਗੇ ਨਿਕਲ ਜਾਂਦਾ, ਇਵੇਂ ਹੀ ਇਹਦੀ ਲਕੀਰ ਮਟੂ ਕੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸ਼ੀਸ਼ੇ ਦੇ ਘਰਾਂ 'ਚ ਰਹਿਣ ਵਾਲਿਆਂ ਨੂੰ ਦੂਜਿਆਂ 'ਤੇ ਪੱਥਰ ਨਹੀਂ ਸਿੱਟਣੇ ਚਾਹੀਦੇ। ਮੈਂ ਧਰਮਕੋਟੋਂ ਵੀ ਪਿਛਲੇ ਵੇਰਵੇ ਸਾਰੇ ਕਢਾ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਵੀ ਪ੍ਰੈਸ ਕਾਨਫਰੰਸ ਕਰਦਾ ਇੱਕ ਸੁਣਿਆ ਸ਼ਖਸ ਜਿਹੜਾ ਕਹਿੰਦਾ ਕਿ ਮੈਨੂੰ ਅਕਾਲੀ ਦਲ ਨੇ ਤੇ ਆਮ ਆਦਮੀ ਪਾਰਟੀ ਨੇ ਇਹੀ ਗੱਲ ਕਰਦੇ ਨਾ ਜੀ ਤੁਸੀਂ, ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਪ੍ਰੈਸ ਕਾਨਫਰੰਸ ਕਰ। ਮੈਂ ਇਹਦੇ ਨਾਲ ਹਾਲਾਤ ਇਹ ਹੋਣਗੇ ਕਿ ਜਿੱਦਾਂ ਕੇਜਰੀਵਾਲ ਸਾਹਿਬ ਨੇ ਮਜੀਠੀਆ ਸਾਹਿਬ ਤੋਂ ਮਾਫੀ ਮੰਗੀ ਹੈ ਨਾ, ਮੈਂ ਇਹਨਾਂ ਨੂੰ ਕਿਹਾ ਮੇਰੇ ਤੋਂ ਮਾਫੀ ਮੰਗੋ, ਤੁਸੀਂ ਮੇਰੀ ਛਵੀ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਦਾਗਦਾਰ ਕੀਤਾ ਆ। ਔਰ ਮੈਂ ਉਹ ਜਿਹੜੇ ਬਾਕੀ ਸ਼੍ਰੋਮਣੀ ਅਕਾਲੀ ਦਲ ਵਾਲੇ ਜਾਂ ਉਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਉਕਸਾ ਕੇ ਮੇਰੇ ਤੋਂ ਪ੍ਰੈਸ ਕਾਨਫਰੰਸ ਕਰਾਈ, ਉਹਨੂੰ ਵੀ ਕਹਿਣਾ ਚਾਹੁੰਦਾ ਕਿ ਇੱਥੇ ਹਰਜੋਤ ਕਮਲ ਨੂੰ ਵੀ ਬਹੁਤ ਕੁਝ ਪਤਾ। ਮੈਂ ਗੰਦੀ ਸਿਆਸਤ ਨਹੀਂ ਕਰਦਾ, ਮੈਂ ਕਿਸੇ ਤੇ ਦੂਸ਼ਣਬਾਜ਼ੀਆਂ ਨਹੀਂ ਕਰਦਾ, ਮੈਂ ਆਪ ਦੀ ਲਕੀਰ ਵੱਡੀ ਖਿੱਚਣ ਦੇ ਵਿੱਚ ਹਮੇਸ਼ਾ ਹੀ ਵਿਸ਼ਵਾਸ ਰੱਖਦਾ, ਕਿਸੇ ਦੀਆਂ ਮਟੇਣ 'ਚ ਨਹੀਂ। ਪਰ ਜੇ ਮੈਂ ਵੀ ਉਹਨਾਂ ਗੱਲਾਂ ਤੇ ਆ ਗਿਆ ਤਾਂ ਇਹ ਲੋਕ ਬਖਸ਼ੇ ਨਹੀਂ ਜਾਣੇ। ਸੋ ਅੱਜ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ ਕਿ ਉਹ ਲੋਕ ਜਿਨ੍ਹਾਂ ਨੇ ਮੇਰੇ ਤੇ ਦੂਸ਼ਣਬਾਜ਼ੀ ਕੀਤੀ ਆ, ਮੈਂ ਦੋਨੀ ਸੱਚਾਈਆਂ ਤੁਹਾਨੂੰ ਦੱਸੀਆਂ। ਐਕਸਿਸ ਬੈਂਕ ਹੀ ਉੱਥੇ ਹੈ ਨਹੀਂ, ਉਦਣ ਸ਼ਨੀਵਾਰ ਸੀ। ਇਹਦੇ ਤੋਂ ਬਿਨਾਂ ਬਾਕੀ ਜਦੋਂ ਮਰਜ਼ੀ ਤੇ ਜਿੱਥੇ ਮਰਜ਼ੀ ਤਫਤੀਸ਼ ਕਰ ਲੈਣ। ਹਰਜੋਤ ਕਮਲ ਦਾ ਇੱਕ ਵੀ ਖਾਤੇ 'ਚ 1 ਰੁਪਈਏ ਦਾ ਵੀ ਲੈਣ ਦੇਣ ਨਿਕਲ ਆਵੇ, ਫਿਰ ਉਹ ਗੱਲ ਕਰਦੇ ਚੰਗੇ ਲੱਗਦੇ।